I'm your host Meena J. मन की बातें तो होती रहेंगी. We are on our show Mindsense. मैं हूँ आपकी host Sarita Chand. And आज show ਵਿੱਚ ਸਾਡੇ ਬਹੁਤ special guest ਆਏ ਨੇ. So ਤੁਸੀਂ ਆਪਦਾ ਆਪਣੇ ਨਾਂ ਦੱਸੋ ਸਭ ਜਿਹੜੇ ਦੇਖ ਰਹੇ ਆ. ਮੇਰਾ ਨਾਮ ਸਤਵੰਤ ਕੌਰ ਕੁਮਾਰ ਹੈ. ਮੈਂ 85 years old. ਹਾਂਜੀ. Wow. Kiran Saluja. I'm not telling my age. You don't need to. मैं सुदर्शन कौर लोचम. I am 82 years old. ਮੇਰਾ ਨਾਮ ਸਰਜੀਤ ਕੌਰ ਸੰਧੂ ਆ. ਮੈਂ ਵੀ ਕਿਰਨ ਵਾਂਗੂ ਏਜ ਨਹੀਂ ਦੱਸਦੀ. ਵਧੀਆ ਦੱਸੋ. ਪਰ ਆਨਣਾ ਨੇ ਦੋ ਹੈਗੀਆਂ ਸੀ ਇੱਕੋ ਜਿਹੀਆਂ. but cutest grandma ਤਾਂ ਜਿੱਤਿਆ ਹੋਇਆ. ਅੱਛਾ. Okay, ਪਹਿਲਾਂ ਉਹੀ ਆਪਾਂ ਗੱਲ ਕਰਦੇ ਕਿ ਕਿਸ ਗ੍ਰਾਮਾ ਕਿੱਦਾਂ ਜਿੱਤੇ ਤੁਸੀਂ. ਉਹ ਇਸ ਤਰ੍ਹਾਂ ਹੋਇਆ ਸੀ, ਇਹਨੇ ਪਿਕਸ ਵਾਲਿਆਂ ਨੇ ਪ੍ਰੋਗਰਾਮ ਕੀਤਾ ਸੀ ਤੇ ਉੱਥੇ ਫਿਰ ਅਸੀਂ ਜਿਹੜਾ ਉਹਨੂੰ ਕੀ ਕਹਿੰਦੇ ਨੇ ਜਿਹੜੇ ਟਰੈਕ ਤੇ ਤੁਰੀਦਾ ਹੈ ਹਾਂਜੀ. ਉਹਦੇ ਵਿੱਚ ਕਿਊਟ ਮਦਰ ਦਾ ਜਿੱਤਿਆ ਸੀ ਤੇ Runway walk. Yeah. ਰਨਵੇ ਵਾਕ ਮਾਡਲਿੰਗ ਕੀਤੀ ਸੀ ਤੁਸੀਂ. ਮਾਡਲਿੰਗ ਕੀਤੀ ਸੀ. ਫਸਟ ਟਾਈਮ ਮੈਂ ਸਾੜੀ ਲਾਈ ਸੀ, ਸੈਕੰਡ ਟਾਈਮ ਮੈਂ ਉਹ ਸੂਟ ਪਾਇਆ ਸੀ ਹਾਂਜੀ. ਜਿਹੜਾ ਅੱਜ ਕੱਲ ਪਾਉਂਦੀਆਂ ਨੇ ਹਾਂਜੀ ਹਾਂਜੀ. ਉਦਾਂ ਦਾ. ਘੱਗਰੇ ਵਾਲਾ? ਤੇ ਨਹੀਂ ਗ੍ਰੇ ਨਹੀਂ ਸੀ, ਉਹ ਕਰੀਮ ਕਲਰ ਦਾ ਸੀ. ਘੱਗਰੇ ਵਾਲਾ ਨਹੀਂ, ਉਹ ਕੀ ਉਹਨੂੰ ਕਹਿੰਦੇ ਨੇ ਪਲਾਜੋ. ਪਲਾਜੋ ਵਾਲਾ ਸੂਟ ਪਾਇਆ ਸੀ ਤੇ ਉਹਦੇ ਚ ਮੈਂ ਸੈਕੰਡ ਆਈ ਸੀ. तो इसीलिए आंटी अपना एज नहीं दस रही है. ਨਹੀਂ ਏਜ ਮੈਂ 82 ਦੀ ਹੋ ਗਈ ਆ. आंटी नई नई मॉडलिंग शुरू की ना तभी. ਮੈਂ ਅਕਤੂਬਰ ਚ 82 ਦੀ ਹੋ ਗਈ ਆ. ਮੈਂ ਗ੍ਰੈਂਡ ਮਾਂ ਆ. ਗ੍ਰੇਟ ਗ੍ਰਾਮਾ. ਗ੍ਰੇਟ ਗ੍ਰੈਂਡ ਮਾਂ ਆ. ਹਾਂਜੀ ਹਾਂਜੀ. ਅਸੀਂ ਤੁਹਾਨੂੰ ਪਹਿਲਾਂ ਵੀ ਲਿਆਂਦਾ ਸੀ ਸ਼ੋਅ ਤੇ ਐਂਡ ਉਦੋਂ ਜਿਹੜੀ ਕੋਵਿਡ ਪੈਂਡੈਮਿਕ ਹਜੇ ਥੋੜਾ ਟਾਈਮ ਹੋਇਆ ਸੀ ਸ਼ੁਰੂ ਹੋਣ ਨੂੰ, ਜਿਹੜੀ ਇੱਕ ਤੁਸੀਂ ਸੋਇੰਗ ਆਰਮੀ ਸ਼ੁਰੂ ਕੀਤੀ ਸੀ ਉਸ ਵੇਲੇ, ਉਹਦੇ ਬਾਰੇ ਅਸੀਂ ਪਹਿਲਾਂ ਗੱਲ ਕਰੀਏ ਕਿ ਤੁਸੀਂ ਕਿੱਦਾਂ ਇੱਕ ਦੂਜੇ ਨਾਲ ਆ ਕੇ ਰਲ ਕੇ ਇਹ ਕਿਹਦਾ ਇਨੀਸ਼ੀਏਟਿਵ ਸੀ, ਕਿਹਨੇ ਪਹਿਲਾਂ ਆਈਡੀਆ ਹੋਇਆ? ਬਿਕਾਜ਼ ਆਈ ਨੋ ਉਸ ਵੇਲੇ ਮਾਸਕ ਦੀ ਬਹੁਤ ਲੋੜ ਸੀਗੀ. ਕੋਵਿਡ ਜਦੋਂ ਸਟਾਰਟ ਹੋਇਆ ਤੇ ਅਸੀਂ ਟੀਵੀ ਵਾਚ ਕਰ ਰਹੇ ਸੀਗੇ, ਦੇਖ ਰਹੇ ਸੀ ਕੀ ਚਾਹੀਦਾ ਤੇ we wanted to be a part of it. ਤੇ then I thought ਕਿ ਮਾਸਕ ਬਣਾਉਣੇ ਚਾਲੂ ਕਰੀਏ. ਤੇ I was alone at that time. I didn't know what to do. So ਮੈਂ ਮੰਮੀ ਨੂੰ ਪੁੱਛਿਆ ਕਿ ਤੁਸੀਂ ਕੁਝ ਸਟਾਰਟ ਕਰਨਾ ਹੈ ਕਿ ਮਾਸਕ ਬਣਾਉਣੇ ਹੈ. ਸਾਨੂੰ ਕਿਸੇ ਨੂੰ ਪਤਾ ਨਹੀਂ ਕਿਸ ਤਰ੍ਹਾਂ ਬਣਾਉਣੇ, ਕੀ ਕਰਨਾ. ਸੋ ਸਾਰੇ ਵੀਡੀਓਜ਼ ਦੇਖ ਕੇ we did that. ਤੇ ਗਰੁੱਪ ਸਟਾਰਟ ਕੀਤਾ. ਪਹਿਲੇ WhatsApp ਗਰੁੱਪ ਸਟਾਰਟ ਕੀਤਾ. ਉਦੋਂ ਮੇਰਾ ਬੇਟਾ ਸੀਗਾ ਕੋਲ, ਕਹਿੰਦਾ you should name it Sewing Army. So ਉਹ ਮੈਂ no Sewing Army ਕਰਕੇ ਫਿਰ Facebook ਤੇ ਆਈ. Facebook ਤੇ ਫਿਰ ਪਹਿਲੇ ਤੇ WhatsApp ਤੇ ਮੈंने ਜੁਆਇਨ ਕੀਤਾ. ਫਿਰ ਜਦੋਂ Facebook ਤੇ ਆਏ ਫਿਰ ਹੋਰ ਲੇਡੀਜ਼ ਜੁਆਇਨ ਕੀਤੀਆਂ ਸਾਰੀਆਂ. ਹਾਂਜੀ. ਸੋ ਇੱਥੇ ਪੋਸਟਰ ਤੇ ਕਾਫੀ ਜਾਣੇ ਲੱਗੇ ਆ ਜਿਹੜੇ ਪਾਰਟ ਆਫ ਦ ਸੋਇੰਗ ਆਰਮੀ ਬਣੇ. ਸੋ ਉਹਦੇ ਬਾਰੇ ਗੱਲ ਕਰਕੇ ਆਬਵੀਅਸਲੀ ਕਿਸੇ ਨੂੰ ਆਈ ਗੈਸ ਐਕਸਪੈਕਟਡ ਨਹੀਂ ਸੀ ਉਸ ਟਾਈਮ 'ਚ ਕਿ ਹੁਣ ਆ ਪੈਂਡੈਮਿਕ ਆਊਗਾ. ਕੀ ਹੋਇਆ, ਇਹ ਬਹੁਤ ਅਨਐਕਸਪੈਕਟਡ ਸੀ. ਤੁਹਾਡੀ ਲਾਈਫ ਦੀ ਵੀ ਥੋੜਾ ਜਿਹਾ ਤੁਹਾਡੀ ਆਈਸੋਲੇਸ਼ਨ ਕੀ ਚੇਂਜ ਹੋਇਆ ਤੁਹਾਡੇ ਵਿੱਚ ਐਂਡ ਫਿਰ ਇਹ ਇੱਕ ਪੋਜ਼ਿਟਿਵ ਥਿੰਗ ਉਹ 'ਚੋਂ ਕੱਢਣੀ. ਆਈਡੀਆ ਤੇ ਸ਼ੁਰੂ ਦੇ ਇਹਨਾਂ ਨੇ ਕੀਤਾ. ਇਹਨਾਂ ਦਾ ਫਿਰ ਮੈਨੂੰ ਫੋਨ ਆ ਗਿਆ ਭੈਣ ਜੀ ਦਾ, ਕਹਿੰਦੇ ਕਿ ਕਿਰਨ ਬਣਾ ਰਹੀ ਹੈ, ਤੁਸੀਂ ਕਰੋਗੇ? ਮੈਂ ਜ਼ਰੂਰ ਕਰੂੰਗੀ. ਮੈਂ ਕਰਨਾ ਕਿੱਦਾਂ? ਫਿਰ ਮੇਰੇ ਕੋਲ ਰੈਡੀਮੇਡ ਪਿਆ ਹੋਇਆ ਸੀ, ਮੈਂ ਇੰਡੀਆ ਤੋਂ ਆਈ ਸਾਂ ਤਾਂ ਮੈਂ ਰੈਡੀਮੇਡ ਪਿਆ ਸੀ, ਉਹਨੂੰ ਦੇਖ ਕੇ ਮੈਂ 7-8 ਮੈਂ ਬਣਾ ਕੇ ਤੇ ਫਿਰ ਇਹਨਾਂ ਨੂੰ ਦਿਖਾਉਣ ਗਈ. ਉਹ ਫਸਟ ਟਾਈਮ ਦੇ ਜਿਹੜੇ ਮੇਰੇ 7-8 ਸੀ ਨਾ, ਉਹ ਮੇਰੀ ਬੇਟੀ ਆਪਣੇ ਬੈਂਕ ਲੈ ਗਈ, ਉਹਨੂੰ ਸਾਰਿਆਂ ਨੂੰ ਬੰਨ ਕੇ ਫੋਟੋ ਭੇਜ ਦਿੱਤੀਆਂ. ਉਸ ਤੋਂ ਬਾਅਦ ਤੇ ਫਿਰ ਸਾਡਾ ਕੱਪੜਾ ਕਿਰਨ ਦੇ ਲਿਆਉਣਾ, ਤਾਂ ਇਲਾਸਟਿਕ ਮੇਰੀ ਗ੍ਰੈਂਡ ਡਾਟਰ ਉਹਨੇ ਲਿਆਉਣਾ. ਫਿਰ ਅਸੀਂ ਏਦਾਂ ਸ਼ੁਰੂ ਹੋਈਆਂ ਕਿ ਬਸ ਚੱਲ. ਅਸੀਂ ਅੱਗੇ ਪਿੱਛੇ ਨਹੀਂ ਵੇਖਿਆ. ਰਾਤ ਕਈ ਵਾਰੀ ਕਿਰਨ 12 ਵਜੇ ਤੱਕ ਵੀ ਇਹਨੂੰ ਮੈਂ ਫੋਨ ਕੀਤਾ ਤੇ ਜਾਗਦੀ ਹੁੰਦੀ ਸੀ. ਹਾਂ, ਜਿਸ ਤਰ੍ਹਾਂ ਦਾ ਕੱਪੜਾ ਸਾਨੂੰ ਘਰੋਂ ਲੱਭਣਾ. ਹਾਂ, ਪਹਿਲਾਂ ਸ਼ੁਰੂ ਚ ਤੇ ਅਸੀਂ ਘਰੋਂ ਹੀ ਬਹੁਤ ਕੱਪੜੇ ਕੱਢੇ ਆ. ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਸੁਦਰਸ਼ਨ ਨੂੰ. ਸੁਦਰਸ਼ਨ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਆ. ਮੈਂ ਕਿਹਾ ਨਹੀਂ, ਕਿਸ ਤਰ੍ਹਾਂ ਟਾਈਮ ਕੱਢੋ. ਫਿਰ ਇਹਨਾਂ ਨੇ ਬੜੀ ਮੁਸ਼ਕਲ ਨਾਲ ਟਾਈਮ ਕੱਢਿਆ. ਫਿਰ ਇਹ ਵੀ ਸਾਡੇ ਨਾਲ ਸ਼ੁਰੂ ਹੋ ਗਏ.
ਅਸੀਂ ਇਸ ਤਰ੍ਹਾਂ ਚਾਰੇ ਹੀ ਸੀ, ਬਾਕੀ ਦੀਆਂ ਤਾਂ ਸਾਰੀਆਂ ਕਿਰਨ ਦੇ ਨਾਲ ਬਾਕੀ ਸੀ। ਇਹ ਕਰਨ ਦੀਆਂ ਸਾਰੀਆਂ। हाँ मैं ये कहना चाहूंगी ना, जो सोविंग आर्मी आपने अपने ग्रुप का नाम दिया, आपकी सेवा का नाम दिया, ये बिल्कुल परफेक्ट है। क्योंकि जैसे आंटी जी आप कह रही हो कि 12 बजे रात तक फोन आया ना, आर्मी सोते नहीं। हाँ, जब जब प्रॉब्लम अपने द्वार पे हो ना, Yeah. तो कोई सोता नहीं। तो इसी जैसे हम सुन रहे हैं कि आप लोगों ने ऐसे जाग के कितने कितने घंटे लगातार मास्क बनाते रहे, और आंटी जी को उत्साह कि आपने मैं- कि टाइम निकालो, Yeah. टाइम है नहीं, टाइम बना लो, हाँ। यू नो। हाँ। ये कहने लगे मेरे पास क्योंकि टाइम नहीं है, मेरी मैं- बैक में प्रॉब्लम है, मैं कर नहीं सकती। मैं क्या, नहीं, थोड़ा मैंने- कोशिश करो। ਚਲੋ ਥੋੜੇ ਥੋੜੇ ਬਣਾਏ हाँ, ਜੇ। बनाए। ਪਰ ਮੈਂ ਆਪਣੇ ਬੱਚਿਆਂ ਦੇ ਨਾਲ ਰਹਿੰਦੀ ਆ, ਬੇਟਾ ਡਾਟਰ ਲਾ ਮੇਰੇ ਪੋਤਾ ਪੋਤੀ। ਸੋ ਸਾਰਾ ਹੀ ਉਹ ਮੇਰੀ ਡਾਟਰ ਲਾ ਜੌਬ ਕਰਦੀ 6 ਵਜੇ ਚਲ ਜਾਂਦੀ ਸਵੇਰੇ, ਤੇ ਸਾਰਾ ਘਰ ਦਾ ਵੀ ਕੰਮ ਕਰਨਾ ਹੁੰਦਾ ਸੀਗਾ। ਇਸ ਲਈ ਮੈਂ ਕਿਹਾ ਵੀ ਮੇਰੇ ਕੋ ਔਖਾ ਹੈ, ਮੇਰੇ ਕੋਲ ਟਾਈਮ। ਫਿਰ ਮੈਂ ਇੱਕ ਦਿਨ ਬੈਠੀ ਹੋਈ ਸੋਚੀ, ਮੈਂ ਕਿਹਾ ਵੀ ਇਹ ਕੰਮ ਤਾਂ ਸਾਰੀ ਉਮਰ ਹੀ ਲੰਘ ਹੀ ਕਰਦਿਆਂ ਨੇ, ਤੇ ਜੇ ਇੰਨੀ ਦੁਨੀਆ ਮਤਲਬ ਕਿੱਥੇ ਥੋੜ੍ਹੀ ਕਿੱਥੇ ਸੇਵਾ ਲੋਕੀ ਕਰਦੇ ਕਿੰਨੀ ਸੇਵਾ ਕਰਦੇ ਆ every 2 weeks, Auntie ਜੇ- would bring us a batch. ਬਿਨਾ ਮਤਲਬ ਕੁਛ ਮਤਲਬ ਕੋਈ ਮੇਰਾ ਖਰਚਾ ਨਹੀਂ ਹੋਣਾ, ਕੁਛ ਨਹੀਂ ਹੋਣਾ, ਜੇ ਮੈਂ ਸੇਵਾ ਹੀ ਨਾ ਕਰ ਸਕੀ। ਕਿਸੇ ਦੀ ਲੋੜ ਆ, ਮੈਂ ਕਿਹਾ ਹੁਣ ਸਾਰਿਆਂ ਨੂੰ, ਤਾਂ ਫਿਰ ਕੀ ਫਾਇਦਾ। ਸੋ ਮੈਂ ਬਣਾਉਣੇ ਸ਼ੁਰੂ ਕਰ ਲਏ। ਜਦੋਂ ਵੀ ਬਸ ਫਟਾਫਟ ਆਪਣਾ ਕੰਮ ਨਿਬੇੜ ਕੇ ਤੇ ਫਿਰ ਮੈਂ ਮਾਸਕ ਬਣਾਉਣ ਲੱਗ ਪੈਣਾ। ਮੇਰੇ ਕੋਲ ਸਾਡੇ ਦੋਨਾਂ ਦੀ ਆਪਣਾ- ਨੀਂਦ ਖੁੱਲ ਜਾਏ ਰਾਤ ਨੂੰ, ਚਲੋ ਕੱਟ ਹੀ ਲੈਂਦੇ ਆ, ਚਲੋ ਪ੍ਰੈਸ ਹੀ ਕਰ ਲੈਂਦੇ ਆ। ਖੜਾਕ ਅਪਾਰਟਮੈਂਟਾਂ 'ਚ ਰਹਿੰਦੇ ਆ, ਖੜਾਕ ਕਰਨੀ ਨਹੀਂ, ਤੇ ਚਲੋ ਕੱਟ ਕੇ ਪ੍ਰੈਸ ਕਰਕੇ ਸਵੇਰ ਵਾਸਤੇ ਲਾਈਨ ਲਾ ਕੇ ਰੱਖ ਲਓ ਕਿ ਬਣਾ ਦੇਗੇ ਸਵੇਰੇ ਸਵੇਰੇ। ਪਹਿਲਾਂ ਇਹਨਾਂ ਸਵੇਰੇ ਕੱਪੜਾ- ਸਵੇਰੇ ਆ ਜਾਣਾ। ਮੈਂ ਤੇ 10 ਬਣਾ ਆਈ ਆ। कंपटीशन सी वे हमें पहले हम कपड़ा धोते थे, फिर उसको सुखा के प्रेस करते थे, तो फिर रात को सारा ही सामान काट के तैयार करके मशीन के पास रख के सोते थे। अच्छा, तो हमें ये बताएं कि पेंडेमिक से पहले जब आप ये मास्क नहीं बनाते थे, उससे पहले आप क्या करते थे? उसके कोई- पहले ऐसे थे ना कि जैसे सीनियर सेंटर खुला होता था, वहाँ चले जाते थे। अच्छा। मंडे को हम कार्ड ग्रुप हमारा था, वहाँ चले जाते थे। ट्यूसडे को हम जो Pics- ली का प्रोग्राम था, वहाँ चले जाते थे। फ्राइडे को हम दोनों ही पिक्स में वॉलंटियर करने, मतलब अल्ट्रेशन कपड़ों की करने चली जाती थी। ऐसे में हमारा टाइम निकल जाता था। तो मैं तो घर में कोई ना कुछ वैसे भी भूल का ना शुरू रखती थी। कोई कंबल बना लिया बच्चों का, कोई छोटे बच्चों का, कोई बड़े बच्चों का, तो you know, ऐसे टाइम निकल जाता बहुत था। इंस्पायरिंग है आपसे बात करने के। आई नो जब हम लोग बाहर वेट कर रहे थे, तो हमारे वो आंटी से बात कर रहे थे कि आपने 20 साल वॉलंटियर करा है पिक्स में, उनकी ऑल्टरेशन करने, हाँ, फिर आप हाँ, उनकी हाँ, आप भी कर रहे हाँ, हो, तो इनके दैट्स साथ। वेरी मैं तो 2 साल ही गई हूँ, ये तो बहुत पुराने ਨਹੀਂ जाते हैं। 15 ਸਾਲ ਹੋਏ ਆ ਪਿਕਸ ਨੂੰ ਉੱਥੇ ਹਾਂ। ਜਿਹੜਾ ਖੁੱਲਿਆ ਥੱਲੇ, अच्छा। ਤੇ ਉਹ ਸ਼ੁਰੂ ਤੋਂ ਹੀ ਮੈਂ 6 ਮਹੀਨੇ ਬਾਅਦ ਸ਼ੁਰੂ ਕਰਤਾ ਸੀ ਆਲਟਰੇਸ਼ਨ ਦਾ। ਦਿਸ ਇਜ਼ ਮਾਈ ਡ੍ਰੀਮ ਹਾਊਸ। ਆਈ ਵਾਂਟਡ ਟੂ ਗੋ देयर, आई वांटेड टू लिव देयर, नाउ आई एम लिविंग देयर फाइनली। मैं तो 2 साल से इनके साथ जाती थी वॉलंटियर करने। फिर कोविड आ गया, तब से बंद था। अब वो कह रहे हैं शुरू करना है, तो अब शुरू करेंगे नए साल में। तो कोविड के दौरान जब स्टार्ट हुआ, तो आपने सर्विंग आर्मी शुरू किया, ज्वाइन हो गए, रात में मास्क काट के रखते, सुबह उठ के 10 सी के आंटी के घर जाते थे। तो हमें और बताए कि बिसाइड्स मास्क आपकी जिंदगी में कोविड क्या चेंजेस लेकर आया? क्या पॉजिटिव हुआ, कोई क्या नेगेटिव हुआ था? पहले बताए क्या क्या गड़बड़ क्या हुआ फील था? Yeah. फील किता सी तुसी? ਸਾਡੇ ਲਈ ਜੀਵਨ ਦਾ कोविड आने वास्ते की फील कीता से। हाँ, जब कोविड हो गया तो आपके लाइफ में उसकी Change हो गया? चेंज कैसे चेंज हो गया? चेंज तो समझ नहीं आई कैसे चेंज हो गया। ऐसे ही बस जैसे काम शुरू कर दिया, उसी में हम बिजी हो गए, पता ही नहीं चला हमें टाइम कैसा निकल गया। कोविड का तो हमें फिक्र ही नहीं रहता था, हमें फिक्र होता था कि मास्क बनाएं, अपना ये काम करें। तो उसके बाद फिर मेरी 11 दिसंबर को सर्जरी थी अपने गले की, तो मैं लास्ट 10 दिसंबर को बना के गई हूँ। तो फिर सर्जरी के बाद मैंने कहा 2 बार मैंने बनाए हैं, बस उसके बाद हम बंद ही कर दिए, कोई जरूरत ही नहीं। अभी भी कपड़ा सामान बहुत पड़ा हुआ है हमारे पास। जो भी बनाए खुशी खुशी से बनाए, बहुत खुशी से। ਜਦੋਂ ਇਹ ਗਏ ਨੇ ਸਰਜਰੀ ਤੇ ਬਾਅਦ ਵਿੱਚ ਆ ਕੇ ਕਹਿੰਦੇ ਨੇ ਮੈਨੂੰ ਫਲਾਣਾ ਮੰਗਦਾ 10 ਮਾਸਕ। ਮੈਂ ਕਹਿੰਦਾ ਮੈਂ ਬਣਾ ਦੇਣੀ, ਮੈਨੂੰ ਦੱਸੋ। ਉਹ ਮੈਂ ਬਣਾਤੇ। ਫਿਰ 2-4 ਹੋਰ ਕਹਿੰਦੇ ਡੋਰੀ ਵਾਲਾ ਚਾਹੀਦਾ, ਮੈਂ ਕਿਹਾ ਉਹ ਬਣਾਤਾ। ਮੁੜ ਕੇ ਕੋਈ ਲੈਣ ਨਹੀਂ ਆਇਆ। ਪਹਿਲਾਂ
ਸਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਦਿਨ ਰਾਤ Order ਕਿੱਥੇ ਬਹੁਤ ਕੱਟਿਆ। ਆਉਂਦੇ ਹੁੰਦੇ ਸੀ। ਇੰਨਾ ਅਸੀਂ ਬਿਜ਼ੀ ਹੋ ਗਏ ਤੇ ਅਸੀਂ ਕਹਿਣਾ ਭੈਣ ਸਾਡਾ ਜੀਵਨਦਾਰ ਮਿਲ ਗਿਆ ਅਸੀਂ ਤਾਂ ਮਰ ਜਾਣਾ ਸੀ ਮੇਰੇ ਕੀ ਮੇਰੇ ਕਰਨਾ ਪਾਸ ਸੀ ਆਤੀ ਥੀ ਨਾ ਤੇ ਸਾਨੂੰ ਸਾਰੀਆਂ ਤੇ ਇਹ ਬਿਜ਼ੀ ਕਰ ਦਿੱਤਾ ਇਹਨੇ ਹਾਂ। ਹੁਣ ਮਗਰੋਂ ਵਿਹਲੇ ਹੋ ਗਏ ਹਾਂ। ਤੇ ਜਿਸ ਵੇਲੇ ਵਿਹਲੇ ਹੋ ਗਏ ਕਹਿੰਦੇ ਬਲੈਂਕਟ ਬੁੱਲ ਲੈ ਮੈਂ ਕਿਹਾ ਮੈਂ ਕੀ ਕਰਾਂਗੀ ਮੈਂ ਕੀ ਕਰਾਂਗੀ ਇਹ ਮੈਨੂੰ ਕਹਿੰਦੇ ਮੇਰੇ ਨਹੀਂ ਮੈਂ ਨਹੀਂ ਬਲੈਂਕਟ ਬਣਾਉਣੇ ਮੇਰੇ ਬੱਚਿਆਂ ਨੂੰ ਨਹੀਂ ਪਸੰਦ ਆਉਣੇ ਮੈਂ ਕਿਹਾ ਤੁਸੀਂ ਇੱਕ ਬਣਾਓ ਇੱਕ ਬਣਾਓ ਦੇਖੋਗੇ ਬੱਚਿਆਂ ਨੂੰ ਪਸੰਦ ਆਉਂਦਾ ਕਿ ਨਹੀਂ ਹੁਣ ਇਹਨਾਂ ਦੇ ਲਾਈਨ ਲੱਗੀ ਹੋਈ ਆ ਵੀ ਮੈਨੂੰ ਬਣਾ ਦੇ ਮੈਨੂੰ ਬਣਾ ਦੇ ਮੈਨੂੰ ਬਣਾ ਦੇ ਮੈਂ ਬਲੈਂਕਟ 12 ਬਣਾ ਚੁੱਕੀ ਆ ਔਰ 6 ਫੁੱਟ 6.5 ਫੁੱਟ ਲੰਬੇ ਔਰ 5.5 ਫੁੱਟ ਮੈਂ 6 ਬਣਾਏ ਮੈਂ 6 ਬਣਾਏ ਹਾਂ ਨਹੀਂ ਅੱਗੇ ਵਾਰੀਆਂ ਲੱਗੀਆਂ ਮੈਂ ਹੁਣ ਟਰੰਟੋ ਜਾ ਕੇ 5 ਬਲੈਂਕਟ ਦੇ ਕੇ ਆਈ ਆ ਟਰੰਟੋ तो आंटी तो अपने पूरी country- सारे बच्चियां नु वंड के आई हैं। कंट्री वाइड बना रही है। और आंटी आपको अब मास्क इतना बना रहे हो नहीं रहे हो तो आप अब क्या कर रहे हो? ਮੈਂ ਤਾਂ ਵੈਸੇ ਸ਼ੁਰੂ ਤੋਂ ਹੀ ਮੇਰੀ ਸ਼ੁਰੂ ਲਾਈਫ ਤੋਂ ਬਹੁਤ busy ਬਿਜ਼ੀ ਰਹੀ ਇਹ ਤਾਂ ਹੈ जी रहे हो आप ਕਿਉਂਕਿ ਪਹਿਲਾਂ ਮੇਰੇ ਇਹ ਪੋਤਾ ਪੋਤੀ ਛੋਟੇ ਸੀਗੇ ਇਹਨਾਂ ਦੇ ਮੈਂ ਘਰ ਹੀ ਸ਼ੁਰੂ ਤੋਂ ਨਹਾਉਣ ਤੋਂ ਲੈ ਕੇ ਸਿਰ ਵਾਉਣਾ ਤਾਂ ਇਹਨਾਂ ਦੇ ਕੱਪੜੇ ਪਾਉਣੇ ਫਿਰ ਸਕੂਲ ਜਾਣ ਲੱਗਾ ਛੱਡਣ ਜਾਣਾ ਫਿਰ ਲੈਣ ਜਾਣਾ ਫਿਰ ਇਹਨਾਂ ਦਾ ਖਾਣਾ ਖੁਣਾ ਬਣਾਉਣਾ ਸਭ ਕੁਝ ਕਰਨਾ ਫਿਰ ਹੋਮਵਰਕ ਕਰਾਉਣਾ ਫਿਰ ਮਤਲਬ ਸਿਰ ਨੂੰ ਫਿਰ ਤਿਆਰ ਕਰਨਾ ਫਿਰ ਨਾਲ ਨਾਲ ਰਿਵੀਜ਼ਨ ਕਰਾਉਣੀ ਨਾਲ ਨਾਲ ਮੈਂ ਪਰੌਂਠੀ ਨਾਲ ਨਾਲ ਖਵਾਈ ਜਾਣੀ ਸੋ ਬਹੁਤ ਬਿਜ਼ੀ ਲਾਈਫ ਰਹੀ ਹੈ ਤੇ ਬਾਕੀ ਜਿੱਦਾਂ ਮੈਨੂੰ ਸੀਣ ਦਾ ਬਹੁਤ ਸ਼ੌਕ ਹੈ ਮੈਂ ਆਪਣੇ ਕੱਪੜੇ ਆਪ ਹੀ ਸੀਨੀ ਆ ਤੇ ਮੇਰੀਆਂ ਅਸੀਂ 3 ਸਿਸਟਰਸ ਹੈ ਤੇ ਉਹਨਾਂ ਦੇ ਬੱਚੇ ਵੀ ਛੋਟੇ ਸੀ ਉਹਨਾਂ ਲਈ ਸਵੈਟਰ ਬਣਾਉਣੇ ਜਾਂ ਉਹਨਾਂ ਦੇ ਫਰੋਕਸ ਵਗੈਰਾ ਬਣਾਉਣੀਆਂ ਜਾਂ ਕੁਛ ਪਜਾਮੇ ਬਣਾਉਣੇ ਨਾਈਟ ਸੂਟ ਬਣਾਉਣੇ ਮੈਂ ਆਪ ਹੀ ਸਾਰਾ ਕੁਝ ਕਰਦੀ ਰਹੀ अच्छा ਇਸ ਲਈ ਬਹੁਤ ਬਿਜ਼ੀ ਰਹਿੰਦੀ ਸੀ ਬਿਜ਼ੀ ਰਹੀ ਹਾਂ ਕਿਉਂਕਿ ਜਿਹਨੂੰ ਵੀ ਲੋੜ ਪਈ ਮਾਸੀ ਜੀ ਮੇਰਾ ਆਹ ਬਣਾ ਦਿਓ ਭੈਣ ਜੀ ਮੇਰਾ ਆਹ ਸੀ ਦਿਓ ਸੋ ਇਸ ਲਈ ਦਾ ਬਿਜ਼ੀ ਰਹੀ ਬਹੁਤ ਲਾਈਫ ਇਹ ਫੈਮਿਲੀ 'ਚ ਰਹਿੰਦੇ ਆ ਨਾ ਅਸੀਂ ਕੱਲੀਆਂ ਰਹਿੰਦੇ ਆ ਅਸੀਂ ਆਜ਼ਾਦ ਪੰਛੀ ਆ ਆਜ਼ਾਦ ਪੰਛੀ ਆ ਅਸੀਂ ਆਪਣੀ ਮਰਜ਼ੀ ਦਾ ਖਾਂਦੇ ਬਣਾਉਂਦੇ ਆ ਸਾਨੂੰ ਕੋਈ ਫਿਕਰ ਨਹੀਂ ਹੈ ਆਜ਼ਾਦੀ 'ਚ ਕੋਈ ਫਰਕ ਨਹੀਂ ਹੈਗਾ ਨਹੀਂ ਨਹੀਂ ਫਰਕ ਨਹੀਂ ਮੇਰਾ ਮਤਲਬ ਕਿ ਤੁਸੀਂ ਫੈਮਿਲੀ 'ਚ ਰਹਿੰਦੇ ਤਾਂ ਬਿਜ਼ੀ ਹੋ ਭਾਵੇਂ family ਤੇ 'ਚ ਵੀ ਅਸੀਂ ਰਹਿੰਦੇ ਆ ਕੱਲੀਆਂ ਰਹਿੰਦੀਆਂ ਅਸੀਂ ਬਿਜ਼ੀ ਨਹੀਂ ਅਸੀਂ ਨਵੇਂ ਤੋਂ ਨਵੇਂ ਸੋਚਾਂ ਸੋਚਦੇ ਰਹਿੰਦੇ ਆ ਨਹੀਂ ਵੀ ਫੈਮਿਲੀ 'ਚ ਵੀ ਮੈਂ ਰਹਿਣੀ ਭੈਣ ਜੀ ਪਰ ਫਿਰ ਵੀ ਮੈਨੂੰ ਕਦੇ ਮੇਰੇ ਨਾ ਬੇਟੇ ਨੇ ਨਹੀਂ, ਉਹ ਗੱਲ ਨਾ ਨਹੀਂ ਕਦੇ ਹੁੰਦੀ। ਨਹੀਂ ਵੈਸੇ ਨਹੀਂ ਮੈਂ ਕੁਛ ਕਰਦੀ ਕਿਹਾ ਹਾਂ। ਵੀ ਨਾ ਵੈਸੇ ਪਰ ਕਰਦੀ ਫਿਰ ਹਾਂ ਵੀ ਵੀ ਬਿਜ਼ੀ ਨਾ ਰਹੇ ਫਿਰ ਵੀ, ਹਾਂ। ਸਾਡੇ ਕੋਲ busy ਹੁਣ ਨਹੀਂ, ਅਸੀਂ ਸਾਡੇ ਜਦੋਂ ਕੋਲ ਬੱਚਿਆਂ 'ਚ ਕੋਈ ਰਹਿੰਦੇ ਸੀ ਅਸੀਂ ਵੀ ਬਿਜ਼ੀ ਰਹਿੰਦੇ ਸੀ ਇਸੇ ਤਰ੍ਹਾਂ ਸਾਡੇ ਕੋਲ ਹੀ। ਸਾਧਨ ਹੀ ਕੋਈ ਨਹੀਂ busy ਹਾਂਜੀ। ਹੁੰਦਾ। ਮੈਂ ਵੈਸੇ ਗੱਲ ਕਰਦੀ ਹਾਂ ਹਾਂਜੀ ਵੀ ਮੇਰੀ ਨਾ ਡਾਕਟਰ ਨੇ ਅੱਜ ਤੱਕ ਕਦੇ ਨਹੀਂ ਮੈਨੂੰ ਕਿਹਾ ਵੀ ਤੁਸੀਂ ਇੱਥੇ ਜਾਣਾ ਆ ਇੱਥੇ ਨਹੀਂ ਜਾਣਾ ਜਦੋਂ ਮੈਂ ਉਹਨੂੰ ਦੱਸਾਂ ਵੀ ਮੈਂ ਜਾਣਾ ਤੁਸੀਂ ਮੇਰੀ ਹੈਲਪ ਕਰ ਸਕਦੇ ਤਾਂ ਉਹਨਾਂ ਨੇ ਕੋਈ ਨਾ ਕੋਈ ਇੰਤਜ਼ਾਮ ਕਰ ਦੇਣਾ ਨਹੀਂ ਤਾਂ ਮੈਂ ਆਪ ਹੀ ਮੇਰੇ ਕੋਲ ਬੱਸ ਪਾਸ ਹੈਗਾ ਆ ਹੈਂਡੀ ਰੋਡ ਹੈਗੀ ਆ ਜਿਹੜੀ ਡੈਲਟਾ ਵਾਲੀ ਬੱਸ ਹੈਗੀ ਉਹ ਸਾਨੂੰ ਘਰੋਂ ਆ ਕੇ ਲੈ ਜਾਂਦੇ ਆ ਜਿਹਦੀ ਲੋਡ ਨਹੀਂ ਪੈਂਦੀ ਪਰ ਦੂਜਾ ਸਵੇਰੇ ਮੈਂ ਅਰਲੀ ਸੈਰ ਕਰਨ ਜਾਣਾ ਹੁੰਦਾ ਉਹ ਕੋਈ ਰੁਕਾਵਟ ਨਹੀਂ 1 ਘੰਟਾ ਸਵੇਰੇ ਸੈਰ ਕਰਦੀ ਸ਼ਾਮ ਨੂੰ ਜਾਣਾ ਜਦੋਂ ਜਾਣਾ ਮੈਂ ਉਹ ਮੇਰਾ ਫਿਕਸ ਹੈ ਹਰ ਟਾਈਮ अच्छा ਵੀ ਕਿੰਨੇ ਵਜੇ ਮੈਂ ਸੈਰ ਕਰਨ ਜਾਣਾ ਕਿੰਨੇ ਵਜੇ ਮੈਂ ਡਿਨਰ ਖਾਣਾ ਮੈਂ ਉਨੇ ਵਜੇ ਹੀ ਖਾਣਾ ਕਿੰਨੇ ਵਜੇ ਬ੍ਰੇਕਫਾਸਟ ਕਰਨਾ ਬ੍ਰੇਕਫਾਸਟ ਸਾਰਿਆਂ ਦਾ ਮੈਂ ਬਣਾਉਣਾ ਬੱਚਿਆਂ ਦਾ ਵੀ ਸਾਰਿਆਂ ਦੇ ਸੋ ਲਾਈਫ ਬਿਜ਼ੀ ਹੈ ਲੇਕਿਨ ਕਦੇ ਉਹ ਮੈਨੂੰ ਉਹ ਕਦੇ ਵੀ ਉਹਨਾਂ ਨੇ ਪੁੱਛਿਆ ਨਹੀਂ ਵੀ ਤੂੰ ਕੀ ਕਰਦੀ ਹੈ ਕਿੱਥੇ ਜਾਨੀ ਕੁੱਲ ਤਾਂ ਉਹ ਕਈ ਵਾਰੀ ਮੇਰਾ ਬੇਟਾ ਕਹਿੰਦਾ ਮੰਮੀ ਤੁਹਾਡੀ ਆ ਤਾਂ ਅਪਾਰਟਮੈਂਟ ਮਿਨਿਸਟਰਾਂ ਨਾਲ ਵੀ ਜਾਂਦਾ ਕਦੀ ਤੁਹਾਡਾ ਪ੍ਰੋਗਰਾਮ ਕਦੀ ਕਿਤੇ ਹੁੰਦਾ ਕਦੀ ਕਿਤੇ ਹੁੰਦਾ ਬਹੁਤ So, ਵਧੀਆ ਕਿ ਆਪ ਵਧੀਆ ਲਾਈਫ ਹਾਂਜੀ ਜਿੱਦਾਂ ਵੀ ਜਿੱਥੇ ਵੀ ਰਹਿੰਦੇ ਆ ਸੋ ਕਿਰਨ ਤੁਸੀਂ ਇਹ ਸ਼ੁਰੂ ਕੀਤਾ ਸੀਗਾ ਐਂਡ ਨਾਟ ਆਈ ਗੈਸ ਤੁਸੀਂ ਆਪ ਕਰਨਾ ਚਾਹੁੰਦੇ ਸੀਗੇ ਪਰ ਆਲਸੋ ਟੂ ਇਨਵੋਲਵ ਯੂ نو ਲਾਈਕ ਸੀਨੀਅਰਸ ਹੋਰ ਲੋਕ ਜਿਹੜੇ ਆਬਵੀਅਸਲੀ ਪੈਂਡੈਮਿਕ ਵਿੱਚ ਬਹੁਤ ਲੋਕ ਘਰੋਂ ਵੀ ਬੈਠੇ ਕੰਮ ਤੇ ਨਹੀਂ ਜਾਂਦੇ ਸੀ ਐਂਡ ਜੇ ਨਹੀਂ ਹੁੰਦਾ ਬਹੁਤ ਟਾਈਮ ਫ੍ਰੀ ਹੁੰਦਾ ਬੈਠਣ ਲਈ ਇਕੱਲਿਆਂ ਨੂੰ ਸੋ ਤੁਸੀਂ ਥੋੜਾ ਜਿਹਾ ਦੱਸੋ ਆਹ ਦੇ ਬਾਰੇ ਕਿੱਦਾਂ ਤੁਹਾਨੂੰ ਇਹ ਇੱਕ ਆਈਡੀਆ ਆਇਆ ਐਂਡ ਦੈਨ ਆਲਸੋ ਲਾਈਕ ਇਹਨਾਂ ਨੂੰ ਵੀ ਤੁਸੀਂ ਇਨਵੋਲਵ ਕੀਤਾ ਹੈ ਇਟਸ such a good initiative. I've always been trying to be busy. I'm actually ਹਰਪ੍ਰੀਤ ਵਾਸਤੇ ਆਇਆ ਸੀ। ਇਹਦੀ ਥੋੜੀ ਜੀ ਗੱਲ ਮੈਂ ਤੁਹਾਨੂੰ ਦੱਸਣੀ ਆ ਵੀ ਇਹ ਇਦਾਂ ਦੀ ਕੁੜੀ ਹੈਗੀ ਆ ਕਿ ਇਹਨੂੰ ਵਲੰਟੀਅਰ ਕਰਨ ਦਾ ਸ਼ੌਕ ਆ ਹਾਂਜੀ ਇਹਨੇ ਬਹੁਤ ਪਿੰਗਲਵਾੜੇ ਦਾ ਕਰਨਾ ਗੁਰਦੁਆਰਿਆਂ ਦਾ ਕੀਤਾ ਬਹੁਤ ਇਹਨੇ ਹਿੰਮਤ। ਇੱਥੇ ਹੀ ਇਹਨੇ ਵਲੰਟੀਅਰ ਦੇ ਦਿਮਾਗ 'ਚ ਆਇਆ ਤੇ ਇਹਨੇ ਸਾਨੂੰ ਸਾਰਿਆਂ ਨੂੰ ਧੱਕਿਆ
ਅੱਗੋਂ ਹੁਣ ਤੁਸੀਂ ਦੱਸੋ। ਸਾਰੇ ਇਹਨਾਂ ਦੀ ਹਿੰਮਤ, ਇਹਨਾਂ ਦੀ ਮਿਹਰਬਾਨੀ। I have no problem. ਹਿੰਮਤ ਨਾਲ ਹੀ ਪਤਾ ਨਹੀਂ ਇਹ ਕਿੱਥੋਂ ਸੋਚ ਆਂਦੀ ਹੈ ਕੋਈ, ਇਹਦੀ। ਹਾਂ। ਹਾਂ। ਮੈਨੂੰ ਨਹੀਂ ਸੋਚ ਇੰਨੀ ਆਂਦੀ, ਇਹਨੂੰ ਆਂਦੀ ਹੈ ਤੇ ਮੈਂ ਮਗਰ ਲੱਗ ਜਾਂਦੀ ਹਾਂ ਪਾਉਣੇ। ਇਹਦੇ ਇਹ ਜਵਾਨ ਵੀਰੇ ਨਾ ਅਸੀਂ ਬੁੜੇ ਹੋ ਗਏ ਹੁਣ। No idea. ਨਹੀਂ ਨਹੀਂ, I- ਜਵਾਨ all I ਦੀ have to ਗੱਲ do ਨਹੀਂ, is ask. ਹਰ ਇੱਕ ਦੇ ਆਪਣਾ ਆਪਣਾ ਦਿਮਾਗ ਹੈ ਕਿ ਦਿਮਾਗ। ਮੈਂ ਕਰਨਾ, ਮੈਂ ਹਾਂ, ਕਰਨਾ। ਬਿਲਕੁਲ ਸ਼ੌਕ ਦੀ ਹੁਣੇ ਗੱਲ। ਗੁਰਦੁਆਰੇ ਕਿਤੇ ਰਸੋਈ ਖੁੱਲਦੀ, ਉੱਥੇ ਭੱਜੀ ਹੁੰਦੀ ਆ। ਅੱਛਾ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ। ਅਕਾਲ ਅਕੈਡਮੀ ਨੂੰ ਹਾਂ। ਲੈ ਕੇ ਉਹ ਜਿਹੜੇ ਹੁੰਦੇ ਉੱਥੇ ਬਾਜੀ ਦਾ ਡੱਬੇ ਹੁੰਦੇ ਨੇ ਜਿਹੜੇ, ਕਿਹੜੇ ਸੀ ਡੱਬੇ? And that's, ਉਹਦੇ ਚ Lunch. ਡੋਨੇਸ਼ਨ ਪਵਾਣੀ, ਉੱਥੇ ਇੰਡੀਆ ਭੇਜਣੇ, ਉਹ ਡੱਬੇ ਲਵਾਏ Good Nanak ਨੇ। Free Kitchen. ਗੁਰੂ ਨਾਨਕ ਪਹਿਲਾਂ ਹੈਗਾ ਸੀ ਕੁਛ, ਜਿਹੜਾ ਉੱਥੇ ਬਾਬਾ ਜੀ ਨੇ ਪੂਰਨ ਸਿੰਘ ਭਗਤ ਦਾ, ਉਹਦਾ ਭਗਤ ਵੀ ਪੂਰਨ ਕਰਦੇ। ਸਿੰਘ ਦਾ ਪਿੰਗਲਵਾੜਾ। ਪਿੰਗਲਵਾੜਾ ਪਿੰਗਲਵਾੜਾ। ਪਿੰਗਲਵਾੜੇ ਦਾ ਬੜਾ ਕੀਤਾ ਹੈ। ਹਾਂ। ਪਰ ਜਿਸ ਵੇਲੇ ਫਿਰ ਮੈਂ ਕਿਹਾ ਤੂੰ ਛੱਡ ਪਰ ਐਵੇਂ ਕਾਹਨੂੰ ਕਿਸੇ ਨਾਲ ਇਨਵੋਲਵ ਨਹੀਂ ਕਰਨਾ, ਕੋਈ ਗੱਲ ਜਿੰਨੀ ਹੋ ਗਈ ਸੀ ਉਹ ਬੜੀ, ਇੰਨੀ ਬੜੀ ਬਹੁਤ ਸੇਵਾ ਕੀਤੀ ਇਹਨੇ ਉੱਧਰ। ਪਿੱਛੋਂ ਵੀ ਕੱਪੜੇ ਕੱਟ ਕੇ ਇਕੱਠੇ ਕਰਕੇ ਸਾਰੇ ਤੇ ਕਰਦੇ ਨੇ ਗੁਰਦੁਆਰੇ ਜਾ ਕੇ, ਕਈ ਕੁਛ ਹੀ ਕੀਤਾ ਇਹਨੇ, ਮੈਨੂੰ ਨਹੀਂ ਪਤਾ ਕਿੱਥੋਂ ਕਰਦੀ ਹੈ। ਕਿੱਥੋਂ ਕਰਦੇ ਹੋ? ਮੈਨੂੰ ਨਹੀਂ ਪਤਾ ਕਿੱਥੋਂ ਇਹਦੇ ਦਿਮਾਗ 'ਚ ਆਉਂਦਾ ਇਹੋ ਜਿਹੇ ਕੰਮ ਤੇ ਕਰਦੀ ਹੈ। ਅਸੀਂ ਇਹੋ ਜਿਹੇ ਕੰਮ ਨਹੀਂ ਕੀਤੇ, ਪਰ ਅਸੀਂ ਘਰ ਬੈਠੇ ਆ, ਮਾਸਕ ਬਣਾਏ, ਬਾਹਰ ਨਹੀਂ ਗਏ ਕਿਤੇ। I always have a mind for seva, but I'm also busy with family. My day just sometimes is so tiring. I just want to go sit down at the end of the day. ਹੁਣ masks ਤੋਂ ਬਾਅਦ ਹੁਣ ਮੈਂ ਆਂਟੀ ਨੇ ਸਟਾਰਟ ਕਰਤਾ ਸਾਨੂੰ knitting and crochet. ਉਹ ਹੀ ਇਹਨੇ ਕਰ ਦਿੱਤੀ ਹੈ। ਕਰੋਸ਼ੀਆ ਸਾਰਿਆਂ ਨੂੰ ਲਾਤਾ ਮੈਂ। YouTube ਖੋਲਣੀ ਪੈਂਦੀ ਹੈ, ਦੇਖ ਲਓ। ਉਹ ਮੇਰੀ ਗ੍ਰੈਂਡਡਾਟਰ ਸਿੱਖਣ ਲੱਗੀ ਹੋਈ ਆ, ਉਹਨੂੰ ਜਾਤ ਨਹੀਂ ਆਉਂਦੀ। ਜਦੋਂ ਨਿੰਮਾ ਦੀ ਬੇਟੀ ਅੱਗੋਂ ਵੀ ਉਹ ਜਾਤ ਨਹੀਂ ਆਉਂਦੀ, ਰੋਣ ਲੱਗ ਜਾਂਦੀ ਆ, ਮੇਰੇ ਕੋਲ ਤੇ ਮੈਨੂੰ ਤੇ ਆਉਣਾ ਨਹੀਂ, ਮੈਨੂੰ ਆਉਣਾ ਨਹੀਂ, ਉਹ ਫਿਰ ਲੱਗ ਜਾਂਦੀ ਆ। ਮੇਰੀ ਗ੍ਰੈਂਡ ਡਾਟਰ ਨੇ ਸਲਾਈਆਂ ਵੀ ਤੇ ਕਰੋਸ਼ੀਆ ਮੰਗਵਾਇਆ, ਕਹਿੰਦੀ ਮੈਂ ਵੀ ਕੁਝ ਵੇਖਾਂਗੀ ਕੀ ਕਰਨਾ। ਮੈਂ ਕਿਹਾ ਕਰੋਸ਼ੀਆ ਤਾਂ ਫਿਰ ਵੀ ਸੌਖਾ ਹੈ। ਮੈਂ ਉਹ ਸ਼ਟਲ ਦੀ ਲੇਸ, ਤੁਸੀਂ ਤੁਹਾਨੂੰ ਤਾਂ ਪਤਾ ਨਹੀਂ ਹੋਣਾ, ਉਹ ਅਸੀਂ ਬਣਾਈ ਬੜੀ, ਬਹੁਤ ਬਣਾਈ, ਸ਼ਟਲ ਦੀ ਲੇਸ ਅਸੀਂ ਬਹੁਤ ਬਣਾਈ ਆ। ਬਹੁਤ ਮਿਹਨਤ ਦੇ ਕੰਮ ਹੈ ਉਹ। ਇੱਕ ਵਾਰੀ ਕੰਮ ਤੇ ਲੱਗ ਜਾਓ, it's hard to stop. ਸ਼ੌਕ ਦੀ ਗੱਲ। ਹਾਂ। ਫਿਰ ਉਹ mask ਬਣਾਈ ਗਏ। ਰਿੱਝ ਜਾਂਦਾ ਨਾ ਉਹਦੇ 'ਚ, ਕੀ ਕਰਨਾ। देखो अब वो क्रोशे और नीटिंग शुरू किया, अगर वो नहीं करते आप, तो जो आपके ग्रैंड चिल्ड्रन है, ग्रैंड डॉटर जो वो नहीं सीखते, तो ये सब आपके जनरेशन या उसके जनरेशन के साथ धीरे धीरे खत्म हो जाता है। घर में ये बुनाई करना सब कुछ, तो ये बहुत बढ़िया काम कर रहे हो आपके जो घर में कर रहे, जो आपके आसपास बच्चे हैं, ग्रैंड चिल्ड्रन है, वो देख के भी फील करते कि हम भी सीख ले, तो दादी नानी कर रही है, नो हमें भी ये सीखना चाहिए, बहुत इंटरेस्टिंग। सो दैट्स वेरी गुड। मुझे ऐसा लगता काश मेरे पास ऐसे कोई होता, मुझे नहीं आता कुछ करना। नहीं, जरूर आओ, आपको भी सिखाएंगे। रीना ने शुरू कर आप हमारे पास आओ, जरूर सिखाएंगे। I know. मेरी छोटी बेटी है ना, वो एक दिन आई तो कहती मम्मी आप इतना कुछ कर रहे हो, तो मैंने सारा कुछ सीख लिया, मेरे को क्रोशिया नहीं आता। मैंने निकाला क्रोशिया, मैंने पकड़, Crochet is उसने the पकड़ा easiest. तो उसने 2 कंबल बना लिए बड़े वाले। इतना सीख गई हो, उसने 2 बड़े बड़े कंबल। वो वूल भी दूसरी लेके आती है जो थोड़ी सी सिल्की सिल्की है। अच्छा। वो कहती मेरे को तो ये पसंद है, तो वो भी बना, उसने सीख लिया फटाफट। ऐसे हो जाता है। चलो ਮੇਰੇ ਤਾਂ ਪੁੱਤੀ ਜਦੋਂ ਕੁਝ ਸਵੈਟਰ ਉਧੜ ਜਾਂਦਾ ਜਾਂ ਪੈਂਟ ਉੱਚੀ ਕਰਨੀ ਆ ਜਾਂ ਟਾਈਟ ਕਰਨੀ, ਦਾਦੀ ਮਾਂ ਇਹ ਕਰ ਦੋ, ਕਰ ਦੋ। ਮੈਂ ਕਿਹਾ ਆਪਣੀ ਮੰਮੀ ਤੋਂ ਕਰਵਾ ਲਾ, ਹੁਣ ਤਾਂ ਮੈਂ ਬਹੁਤ ਬੁੱਢੀ ਹੋ ਗਈ। ਕਹਿੰਦੇ ਨਹੀਂ ਤੁਸੀਂ ਕਰਕੇ ਦਿਓ। ਸੋ ਲੱਗੇ ਰਹੀਦਾ, ਮਤਲਬ ਆਪਣੇ ਆਪ ਨੂੰ ਬਿਜ਼ੀ ਰੱਖੀ ਦਾ, ਜਿਹੜਾ ਕੰਮ ਕਰਨਾ ਕਰਨਾ। ਨਹੀਂ ਉਹ ਯਾਦ ਤੇ ਕਰੀ ਦੇ, ਪਰ ਹੁਣ ਨਹੀਂ ਸਾਨੂੰ ਉਹਦਾ ਕੁਛ ਹੈਗਾ, ਇਲਮ ਹੀ ਨਹੀਂ, ਮਸ਼ੀਨਾਂ ਬੰਦ ਕਰਕੇ ਰੱਖ ਦਿੱਤੀਆਂ ਨੇ। Okay, so mask ਹੁਣ ਬਸ from- ਪ੍ਰਕਾਟ ਹੈ, ਹੁਣ ਸਾਡੀਆਂ ਸਲਾਈਆਂ ਹੀ ਚੱਲਦੀਆਂ, ਕਰੋਸ਼ੀਆ ਚੱਲਦਾ, ਦੋਨੇ ਚੀਜ਼ਾਂ। ਸਵੈਟਰ ਬਣਾ ਕੇ ਇੱਕ ਮੈਂ ਦਿੱਤਾ ਤੇ ਉਹ ਕਹਿੰਦੀ ਮੇਰਾ, ਦੂਸਰੀ ਕਹਿੰਦੀ ਤੇ ਮੈਂ ਕਿਹਾ ਤੂੰ ਹੀ ਲੈਣਾ ਹੈ? ਹਾਂ। ਤੀਸਰੀ ਕਹਿੰਦੀ ਹੈ ਤੇ ਮੇਰਾ ਕਿੱਥੇ ਗਿਆ? ਹੁਣ ਮੈਂ ਉਹ ਤੀਸਰੀ ਦਾ ਸ਼ੁਰੂ ਕੀਤਾ Oh, very ਇਹ ਬਲੈਂਕਟ ਜੇ ਸ਼ੁਰੂ ਕਰਨਾ ਹੁਣ ਪਈ ਹੈ, ਪਰ ਮੈਂ ਇਸ ਵੇਲੇ ਫਿਨਿਸ਼ ਕੀਤਾ ਹੈ, ਮੂਵ ਹੋਣਾ ਸੀ ਤੇ ਮੈਂ ਕਿਹਾ ਕੁਝ ਸ਼ੁਰੂ ਨਹੀਂ ਨਵਾਂ ਕਰਨਾ, ਜਿਹੜਾ ਹੋਇਆ ਹੈ ਉਹ ਬੜਾ ਤੇ ਪਹਿਲਾਂ ਖਤਮ ਕਰ ਆਈ ਸਾਂ। And you know, ਆਪਾਂ ਜ਼ਿੰਦਗੀ ਲਾਈਕ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਆ, ਐਂਡ ਯੂ نو ਸੀਨੀਅਰਸ ਸਪੈਸ਼ਲੀ ਜਿਹੜੇ ਬਜ਼ੁਰਗ ਹੁੰਦੇ, ਉਹ ਬਹੁਤ ਇੰਪੋਰਟੈਂਟ ਰੋਲ ਆਪਣੇ ਬੱਚਿਆਂ ਲਈ, ਉਹਨਾਂ ਦੇ ਬੱਚਿਆਂ ਲਈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ।
ਲਾਈਫ ਦੇ ਵਿੱਚ। ਸੋ ਬਹੁਤ ਵਧੀਆ ਕਿ ਤੁਸੀਂ ਇਨਵੋਲਵਮੈਂਟ ਹੈਗੀ ਆ, ਕਮਿਊਨਿਟੀ ਦੇ ਵਿੱਚ ਵੀ ਇਨਵੋਲਵਮੈਂਟ ਆ। ਥੋੜਾ ਜਿਹਾ ਗੱਲ ਕਰੋ ਅਬਾਊਟ ਜਦੋਂ ਸਿਆਣੇ ਹੋ ਜਾਂਦੇ ਆ, ਆਪਾਂ ਸੀਨੀਅਰਸ ਹੋ ਜਾਂਦੇ ਆ, ਤੇ ਲਾਈਫ ਕਿੱਦਾਂ ਜਾਂ ਕੀ ਚੈਲੰਜਸ ਹੁੰਦੇ, ਕੀ ਤੁਹਾਨੂੰ ਔਖਾ ਲੱਗਦਾ? ਕੋਈ ਹੋਊਗੇ ਵੀ ਉੱਠਣਾ ਬੈਠਣਾ ਔਖਾ ਲੱਗਦਾ, ਖਾਣਾ ਬਣਾਉਣਾ ਔਖਾ ਲੱਗਦਾ, ਕੁਝ ਹੁੰਦਾ ਹੀ ਨਹੀਂ। ਹੁਣ ਇਹ ਤੇ ਜੇ ਤਕੜੀਆਂ ਨੇ ਤੇ ਮੇਰਾ ਤੇ ਮੈਂ ਤੇ ਗਈ ਮੇਰੇ ਕੋਲ ਪਰ ਅਜੇ ਵੀ ਤੁਸੀਂ ਬਹੁਤ ਹੁਣ ਮੈਂ ਮੇਰੇ ਕੋਲ ਉਹ ਜਿੱਥੇ ਮੈਂ ਗਈ ਹਾਂ ਉਹ ਕਹਿੰਦੀਆਂ ਕੰਮ ਕਦੋਂ ਸ਼ੁਰੂ ਕਰਨਾ। ਅੱਛਾ, ਜਿਹੜਾ ਤੁਸੀਂ ਆਲਟਰੇਸ਼ਨ ਦਾ ਕਰਦੇ ਆ? ਉੱਥੇ ਹੀ ਗਈਆਂ ਨਾ, ਉੱਥੋਂ ਦੀ ਕਰਦੀ ਸੀ ਵਲੰਟੀਅਰ ਵਰਕ। ਉਹ ਕਹਿੰਦੀਆਂ ਕੰਮ ਕਦੋਂ ਸ਼ੁਰੂ ਕਰਨਾ ਹੈ? ਤੇ ਮੈਂ ਕਿਹਾ ਮੈਂ ਅਜੇ ਤੁਹਾਡੇ ਵਰਗੀ ਹੋ ਕੇ ਆਈ ਹਾਂ, ਹੁਣ ਮੇਰਾ ਕੰਮ ਕੋਈ ਕਰੇ। ਆਂਟੀ ਜੀ ਫਿਰ ਸੱਤਨ ਸੀ ਇਹ ਜਾਂਦੇ ਸੀ, ਕਹਿੰਦੀ ਫਿਰ ਉਹ ਕਿੱਥੇ? ਮੈਂ ਕਿਹਾ ਆ ਜਾਏਗੀ, ਅਜੇ ਅਲਾਓ ਨਹੀਂ ਕਰਦੇ ਉਹ ਸਾਨੂੰ ਖੋਲਣ ਨੂੰ, ਅਜੇ ਕੋਵਿਡ ਕਰਕੇ ਉਹਨਾਂ ਨੇ ਬੰਦ ਰੱਖਿਆ ਹੈ ਸਾਰਾ ਕੁਝ। ਮਸ਼ੀਨਾਂ ਮੈਂ ਦੇਖ ਆਈ, ਮੇਰਾ ਸਾਰਾ ਕੁਝ ਪਿਆ ਉਸੇ ਤਰ੍ਹਾਂ ਹੀ। ਮੈਂ ਵੀ ਵੇਖ ਕੇ ਆਈ ਸੀ ਜਾ ਕੇ। ਸਾਡਾ ਮਾਣੇ ਸੀ ਕਿ ਮੈਂ ਜਾ ਕੇ ਦੇਖ ਕੇ ਮੈਂ ਮੈਂ ਜਾਣ ਪਹਿਲੇ ਜਾ ਕੇ ਮਸ਼ੀਨਾਂ ਹੀ ਦੇਖੀਆਂ, ਮੈਂ ਸਾਡੀਆਂ ਮਸ਼ੀਨਾਂ ਮੈਨੂੰ ਪਈਆਂ ਉੱਧਰ ਜਾਣ ਨਹੀਂ ਸੀ ਦਿੰਦੀ, ਕਹਿੰਦੀ ਤੂੰ ਜਾ ਨਹੀਂ ਸਕਦੀ ਉੱਧਰ। ਮੈਂ ਮਸ਼ੀਨ ਆਪਣੇ ਵੇਖਣ ਜਾਣੀ ਮੇਰੀ ਪਈ। ਬੜਾ ਉਹ ਹੁਣ ਇੱਕ ਜਾਣੀ ਕਹਿੰਦੀ ਘਰ ਲੈ ਜਾਓ ਸਾਡਾ ਕੰਮ ਕਰ ਦਿਓ। ਮੈਂ ਕਿਹਾ ਘਰ ਲੈ ਜਾਣਾ ਸਾਨੂੰ ਇਜਾਜ਼ਤ ਨਹੀਂ ਹੈਗੀ, ਅਸੀਂ ਨਹੀਂ ਕਰ ਸਕਦੇ। ਆਏ ਮੇਰਾ ਕੰਮ ਕੌਣ ਕਰੇ? ਮੇਰਾ ਇੰਨਾ ਕੰਮ ਪਿਆ ਹੈ, ਮਸਾਂ ਹੀ ਤੁਸੀਂ ਆਈਆਂ ਜੇ, ਉਹਨੂੰ ਸੱਦ ਲੈ। ਸੋ ਤੁਸੀਂ ਆਬਵੀਅਸਲੀ ਤੁਸੀਂ ਜਾਣਦੇ ਸੀਨਾ ਐਂਡ ਮਸ਼ੀਨ ਯੂਜ਼ ਕਰਨੀ, ਤੁਸੀਂ ਕਿੱਥੋਂ ਸਿੱਖਿਆ ਸੀ? ਮੈਂ ਤੇ ਬਚਪਨ ਤੋਂ ਕਰਦੀ ਹਾਂ। ਮੇਰੇ ਮਾਪਿਆਂ ਨੇ ਮੈਨੂੰ ਪੜ੍ਹਾਈ ਨਹੀਂ ਕਰਵਾਈ ਤੇ ਮੈਂ ਕਿਹਾ ਸੀ ਮੇਰੀ ਨੇਬਰ ਦਾ ਇੱਕ ਬਹੁਤ ਬੁਰਾ ਹਾਲ ਮੈਂ ਦੇਖਿਆ ਸੀ ਤੇ ਮੈਂ ਕਿਹਾ ਵੀ ਮੇਰੇ ਕੋਲ ਸਰਟੀਫਿਕੇਟ ਕੋਈ ਹੋਣਾ ਚਾਹੀਦਾ, ਜੇ ਕਿਤੇ ਜ਼ਿੰਦਗੀ 'ਚ ਲੋੜ ਪੈ ਜਾਏ ਮੈਂ ਕੁਝ ਕਰ ਸਕਾਂ। ਉਦੋਂ ਮੈਂ ਅਜੇ ਸਾਰੀ 15-16 ਸਾਲਾਂ ਦੀ ਸਾਂ ਤੇ ਫਿਰ ਸਕੂਲ ਫਿਨਿਸ਼ ਕਰਕੇ ਕਹਿੰਦੇ ਸਿਲਾਈ ਸਿੱਖ। ਮੈਂ ਕਿਹਾ ਪਹਿਲਾਂ ਮੈਨੂੰ ਫੁੱਲ ਸਕੂਲ ਟਰਮ 'ਚ ਮਿਲੇ ਸਰਟੀਫਿਕੇਟ ਮਿਲੇ। ਸੋ 2 ਸਾਲ ਉੱਥੇ ਕੀਤਾ ਤੇ ਨਿਕਲਣ ਲੱਗੇ ਤੇ ਸਾਡੀ ਹੈਡ ਮਿਸਟਰਸ ਨੇ ਸਾਨੂੰ ਕਹਿ ਦਿੱਤਾ ਕਿ ਸਾਲ ਬਾਅਦ ਟੀਚਰਸ ਟ੍ਰੇਨਿੰਗ ਆਣੀ। ਜਿਨ੍ਹਾਂ ਨੇ ਜਾਣਾ ਸਾਰੀਆਂ ਹੀ ਨਾ ਭਰਾਈਆਂ, ਸਾਰੀਆਂ ਕਈਆਂ ਅਸੀਂ ਸਾਰੀ ਕਲਾਸ ਇੱਕ ਤੋਂ ਨੇ ਨਹੀਂ ਭਰਿਆ ਹੋਵੇਗਾ, ਪਰ ਅਸੀਂ 1 ਸਾਲ ਫਿਰ ਮੈਂ ਪੜ੍ਹਾਈ ਕੀਤੀ 1 ਸਾਲ 'ਚ। ਉਹ ਕਰਕੇ ਫਿਰ ਮੈਂ ਟੀਚਰਸ ਟ੍ਰੇਨਿੰਗ ਕੀਤੀ, ਫਿਰ ਟਾਈਮ ਸੀ ਫਿਰ ਅੱਗੇ ਪੜ੍ਹਾਈ ਕੀਤੀ। ਤੇ ਫਿਰ ਸ਼ਾਦੀ ਹੋ ਗਈ ਤੇ ਗੱਲ ਖਤਮ। ਫਿਰ ਤੇ ਚੱਲ ਸੋ ਚੱਲ, ਫਿਰ ਆਪਣੇ ਹੀ ਵਾਜੇ ਵੱਜਦੇ ਰਹੇ। ਮੈਂ ਵਾਜਾ ਵੀ ਜਾਣੀ ਸਾਂ, ਮੈਂ ਪਿੱਕ ਛੱਡ ਗਈ। ਮੈਂ ਕਿਹਾ ਮੇਰੇ ਤੇ ਆਪਣੇ ਵਾਜੇ ਵੱਜਦੇ ਨੇ, ਆਪਣੇ ਵਾਜੇ ਵੱਜਦੇ ਵਾਜੇ ਹੀ ਵੱਜਦੇ ਸੀ ਹੋਰ ਕੀ। ਮੇਰੇ ਮਦਰ ਬਹੁਤ ਉਹ ਅਸੀਂ 3-4 ਜਮਾਤਾਂ ਹੀ ਪੜ੍ਹੇ ਸੀਗੇ, ਲੇਕਿਨ ਬਹੁਤ ਸਿਆਣੇ ਸੀਗੇ ਉਹ। ਉਹਨਾਂ ਨੂੰ ਬੋਲਣਾ, ਸੀਣਾ, ਕਢਾਈ ਕਰਨੀ ਸਭ ਕੁਝ ਆਉਂਦਾ ਸੀ ਤੇ ਉਹਨਾਂ ਨੇ ਮਤਲਬ ਸਿਖਾਉਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਮੈਂ 6ਵੀਂ ਪੜ੍ਹਦੀ ਸੀ ਜਦੋਂ ਉਹਨਾਂ ਨੇ ਮੈਨੂੰ ਸਵੈਟਰ ਬਣਾਉਣਾ ਸਿਖਾਇਆ ਤੇ ਇੱਦਾਂ ਹੀ ਕੱਪੜੇ ਸੀੜੇ ਹੌਲੀ ਹੌਲੀ ਫਿਰ ਕਢਾਈ ਸਿਖਾਤੀ। ਉੱਥੋਂ ਫਿਰ ਸ਼ੌਕ ਮਤਲਬ ਪੈਦਾ ਹੋ ਗਿਆ ਸੀ। ਫਿਰ ਇੱਥੇ ਆ ਕੇ ਜੌਬ ਵੀ ਕਰਨੀ ਪਈ। ਹਾਂਜੀ, ਪਹਿਲਾਂ ਦੇ ਇੱਧਰ ਦੀਆਂ ਜੌਬ ਕੀਤੀਆਂ। ਮੈਂ ਕਿਹਾ ਸਾਰਾ ਕਿਤੇ ਰੈਡੀਮੇਡ ਹੈ, ਕਿਹਨੂੰ ਕਿਸੇ ਨੂੰ ਲੋੜ ਹੈ ਸੋਇੰਗ ਦੀ। ਪਰ ਜਿਸ ਲਈ ਆਸੇ ਪਾਸੇ ਦੇਖਿਆ ਕਿ ਸੋਇੰਗ ਦੀ ਲੋੜ ਹੈਗੀ ਹੈ, ਫਿਰ ਮੈਂ ਸੋਇੰਗ ਜਿੱਥੇ ਜਿਹੜੀ ਕਰਾਂ, ਮੈਂ ਪ੍ਰੋਫੈਸ਼ਨਲ ਤਾਂ ਹੈ ਨਹੀਂ ਸੀ, ਇੱਥੋਂ ਦੇ ਸਟਾਈਲ ਵੱਖਰੇ, ਕੰਮ ਵੱਖਰੇ। ਹਾਂਜੀ, ਫਿਰ ਮੈਂ ਕਿਸੇ ਕੋਲ ਗਈ, ਅਪਲਾਈ ਕੀਤਾ। ਮੈਂ ਕਿਹਾ ਮੈਨੂੰ ਇੱਥੇ ਜੌਬ ਦੇ। ਕਹਿੰਦੀ ਹੈ ਤੂੰ ਤੇ ਐਕਸਪੀਰੀਅੰਸ ਨਹੀਂ ਕਿ ਮੈਂ ਜੌਬ ਨਹੀਂ। ਹਾਂਜੀ, ਤੇ ਉਹ ਇਸਮਾਇਲੀ ਸੀ। ਮੈਂ ਕਿਹਾ ਤੂੰ ਐਡਵਰਟਾਈਜ਼ ਕੀਤਾ, ਮੈਂ ਤੇਰੇ ਜੌਬ ਮੰਗਣਾ, ਤੂੰ ਮੈਨੂੰ ਟਰਾਈ ਤੇ ਕਰਕੇ ਦੇਖ। ਹਾਂਜੀ, ਕਹਿੰਦੀ ਇੱਥੇ ਕੋਈ ਸਕੂਲ ਹੈ, ਕੋਈ ਤੈਨੂੰ ਸਿਖਾ ਦੇਵਾਂਗੀ ਜਾਂ ਕੁਝ ਕਰ ਲਾਂਗੀ। ਮੈਂ ਨਹੀਂ ਦੇਣਾ। ਮੈਂ ਕਿਹਾ ਮੈਨੂੰ 1 ਦਿਨ ਦੇ, ਦੇਖ ਲੈ, ਨਹੀਂ ਤੇ ਮੈਂ ਚਲੀ ਜਾਵਾਂ। ਮੈਂ ਕਿਹੜਾ ਜੌਬ ਮੰਗਣੀ, ਫ੍ਰੀ ਤੈਨੂੰ ਕਰਦੇ ਆ। ਕਹਿੰਦੀ ਮੈਂ ਫ੍ਰੀ ਨਹੀਂ ਕਰਵਾਉਣਾ, ਮੈਂ ਹਾਫ ਪ੍ਰਾਈਸ ਦਿਆਂਗੀ ਤੇ ਕੱਲ ਤੋਂ ਆ ਜਾਏਗੀ। ਓਕੇ। ਤੇ ਮੈਨੂੰ ਇੰਨਾ ਪਤਾ ਨਹੀਂ, ਮੇਰੀਆਂ ਜਿਹੜੀਆਂ ਕਰਦੀਆਂ ਸੀ ਕੁੜੀਆਂ, ਉਹਨਾਂ ਨੂੰ ਬੋਲਣ ਦਾ ਉੱਥੇ ਆਰਡਰ ਨਹੀਂ ਸੀ, ਨਹੀਂ ਕੁਆਇਟ। ਮੈਂ ਇੰਝ ਕਰਨਾ, ਉਹਨਾਂ ਕਹਿੰਦਾ ਇੰਝ ਕਰ ਲੈ, ਸਾਰਾ ਕੁਝ ਸਿੱਖ। ਫਿਰ ਉਹਨੇ ਮੈਨੂੰ ਫੁੱਲ ਵੇਜਿਸ ਦਿੱਤੀਆਂ ਨਾਲ। ਮੈਨੂੰ ਕਹਿੰਦੀ ਅਗਲੇ ਮਹੀਨੇ ਇੰਨੀ ਰੇਸ ਦਿਆਂਗੀ, ਅਗਲੇ ਮਹੀਨੇ ਇੰਨੀ ਰੇਸ ਦਿਆਂਗੀ। ਤੇ ਮੈਂ ਉੱਥੇ ਕਾਫੀ ਚਿਰ ਰਹੀ। So she learned a lot in ਹੋਰ that, ਕੋਈ ਆਈ in that ਨਹੀਂ। job. ਫਿਰ and ਮੈਨੂੰ ਉਹ ਜੌਬ ਤੋਂ ਫਿਰ ਮੈਂ ਆਪਣਾ ਪ੍ਰੋਫੈਸ਼ਨਲ, ਆਪਣੇ ਹਸਬੈਂਡ ਨੇ ਡਰਾਈ ਕਲੀਨ ਦੁਕਾਨ ਖੋਲ੍ਹ ਲਈ, ਉੱਤੇ ਮੈਂ ਆਲਟਰੇਸ਼ਨ, ਮੈਂ 20-22 ਸਾਲ ਇਹੋ ਹੀ ਕੀਤਾ। ਅੱਗੋਂ ਹੁਣ ਘਰ ਆ ਕੇ ਵਲੰਟੀਅਰ ਸ਼ੁਰੂ ਕਰ ਦਿੱਤਾ। 29 ਸਾਲ ਹੋ ਗਏ ਇਸ ਕੰਮ 'ਚ। ਅੱਗੋਂ ਇਹ ਜਾਣਦੇ ਨੇ ਸਾਰਾ ਕੁਝ ਤੇ ਇਹਨਾਂ ਨੇ ਵੀ ਬੜੀ ਹੈਲਪ ਕੀਤੀ। ਫਿਰ ਇਹਦੇ ਤੇ ਕੀਤਾ
ਹਾਂਜੀ ਹੁਣ ਅੱਗੇ ਅਸੀਂ ਕਿਹਾ ਚਲੋ ਇਹਨਾਂ ਨੇ ਮੈਨੂੰ ਨਿਟਿੰਗ ਮੈਂ ਮੰਦੀ ਨਹੀਂ ਸਕੰਦੇ ਲਾ ਲੈ ਅੱਗੇ ਕਰੀ ਨਹੀਂ ਸੀ ਬਹੁਤ ਕੀਤੀ ਹੈ ਪਰ ਮੈਂ ਕਿਹਾ ਹੁਣ ਕਿਹਨੂੰ ਦੇਾਂਗੀ ਕੀ ਅਸੀਂ ਕਰਾਂਗੀ ਆਪ ਮੈਂ ਨੇਬਰ ਬੜੇ ਹੀ ਸੀ, ਸਵੈਟਰ ਦੋਨੋਂ ਬਣਾ ਲਏ ਨੇਬਰ ਹੀ ਸੀ, ਹਾਂਜੀ ਇਕੱਠੀਆਂ ਰਹਿੰਦੀਆਂ ਸੀ। ਹਾਂਜੀ ਮੇਰਾ 13 ਸੀ ਤੇ ਇਹਨਾਂ ਦਾ 17। ਇਹ ਹੁਣ ਗਏ ਨੇ, ਹਫਤਾ ਹੋਇਆ। ਹਾਂਜੀ ਹਾਂ ਅਸੀਂ ਨੰਗੇ ਪੈਰੀ ਵੀ ਚਲੇ ਜਾਂਦੇ ਹਾਂ, ਦੋ ਦੋ ਪਰੇ ਫਿਰ ਹੁਣ ਕਿੱਦਾਂ ਮਿਸ ਕਰਦੇ ਆ? ਮੈਂ ਤਾਂ ਬਹੁਤ ਮਿਸ ਕਰਨੀ, ਇਹਨਾਂ ਨੂੰ ਨਹੀਂ ਲੋੜ ਪਈ, ਇਹਨਾਂ ਨੂੰ ਨਹੀਂ ਲੋੜ ਹੈ ਕਿ ਮਿਸ ਕਰ। ਇਕੱਲੇ ਰਹਿ ਗਏ। ਮਿਸ ਤੇ ਭਾਵੇਂ ਕਰਨੀ ਆ ਪਰ ਉੱਥੇ ਹਾਂ ਮੇਰੀ ਸਿਹਤ ਕਾਫੀ ਡਾਊਨ ਹੋ ਜਿਹੜੀ ਸੱਚੀ ਗੱਲ ਹੈ। ਮੈਂ ਤੇ ਆ ਕੇ ਲੇਟੀ ਰਹਿੰਦੀ ਆ ਜਾਂ ਫਿਰ ਮੇਰੀ ਇੱਕ ਹੋਰ ਫਰੈਂਡ ਹੈ ਉੱਥੇ, ਉਹ ਵੀ ਐਕਸਾਈਟਡ ਬਹੁਤ ਹੈ, ਮੈਨੂੰ ਵੇਖ ਕੇ ਆਈ ਹੈ। ਅਸੀਂ ਇਕੱਠੀਆਂ ਬੈਠੀਆਂ ਰਹਿੰਦੀਆਂ ਜਿੰਨਾ ਟਾਈਮ ਸਾਡੇ ਕੋਲ ਬਚਦਾ, ਚਾਹੇ ਉਹ ਇੱਧਰ ਆ ਜਾਏ ਜਾਂ ਮੈਂ ਉਹ ਵੀ ਸੇਮ ਫਲੋਰ ਤੇ ਹੈ ਲੇਕਿਨ ਦੂਰ ਹੈ, ਪਰ ਵਾਕਰ ਤੋਂ ਉਹਨਾਂ ਨੇ ਪੜ੍ਹੇ ਹੋਏ ਆ ਜਾਂਦੇ ਚੰਗਾ ਟਾਈਮ ਲੰਘ ਜਾਂਦਾ। ਖਾਣਾ ਟਾਈਮ ਨਾਲ, ਸਾਰਾ ਕੁਝ ਆਟੋਮੈਟਿਕ ਟਾਈਮ ਨਾਲ ਹੋ ਗਿਆ, ਹਾਂਜੀ everything. So that's good. ਅਸੀਂ ਆਪਣਾ ਟਾਈਮ ਨਹੀਂ ਸਾ ਰੱਖਦੇ, ਉਰੇ ਪਰੇ ਘੰਟਾ ਵੱਧ ਹੋ ਗਿਆ ਤੇ ਹੁਣ ਇੱਥੇ ਟਾਈਮ ਵੱਧ 5 ਮਿੰਟ ਵੀ ਨਹੀਂ ਹੋ ਸਕਦੇ। ਹੁਣ ਤੁਸੀਂ ਡਿਫਰੈਂਟ ਸੈਟਿੰਗ ਦੇ ਵਿੱਚ ਹੋ। ਪਰ ਸੋਹਣਾ ਰਿਹਾ। ਹਾਂਜੀ ਮੈਂ ਵੀ ਕਾਫੀ ਕੁਝ ਸਿੱਖਿਆ, like watching mom and so on when I was younger, ਤੇ ਉਹ ਹੀ ਹੁਣ ਮੈਨੂੰ use ਆ ਰਿਹਾ। Yeah, I did take some sewing in school and I learned knitting watching her and macrame, crochet. So ਹੁਣ ਥੋੜਾ ਬਹੁਤਾ ਹੁਣ ਕੰਮ ਆ ਰਿਹਾ। yeah ਪਰ ਮੈਂ ਇਹਨੂੰ ਦੇਖਦੀ ਹਾਂ ਨਾ ਕਿਤੇ ਕੋਲੋਂ ਸਿੱਖਿਆ, ਮੈਂ ਤਾਂ ਸਿਖਾਇਆ ਨਹੀਂ, ਵੇਖ ਵੇਖ ਕੇ ਤੂੰ ਮੈਂ ਜਦੋਂ ਪੁੱਛਦੀ ਆ ਕਹਿੰਦੇ ਵੀਡੀਓ ਦੇਖ, go on ਆਹੋ YouTube, ਮੈਂ ਕਿਹਾ ਹੁਣ ਕੱਢ ਮੈਂ ਲੈ। ਤੈਨੂੰ ਸਿਖਾਉਂਦੀ ਰਵਾਂਗੀ। YouTube ਖੋਲ, ਮੈਂ ਤੇ ਹੋਈ ਸਿੱਖਿਆ ਹੀ ਹੁਣ YouTube ਤੇ ਖੋਲ ਕੇ everything ਹਾਂ A to ਸਾਰਾ Z ਕੁਝ ਹੈ। ਦੱਸਦੇ। So nothing to worry, no, ਹਾਂਜੀ no problem. Good ideas. I mean ਤੁਸੀਂ ਆਪਦੀ ਲਾਈਫ YouTube ਇੰਟਰਨੈਟ ਸਭ ਕੁਝ ਯੂਟਿਲਾਈਜ਼ ਕੀਤਾ ਹੈ ਇਸ ਉਮਰ 'ਚ ਵੀ, which is very good because ਆਪਣੇ ਆਪ ਨੂੰ ਅਪਡੇਟਡ ਰੱਖਿਆ ਐਂਡ ਕਰੀ ਗਏ। ਸੋ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿ ਕੀ ਕਰਦੇ ਹੁੰਦੇ ਕਿੱਦਾਂ, ਐਂਡ ਇਹ ਵੀ ਦੱਸੋ ਕਈ ਜਿਹੜੇ ਹੁੰਦੇ ਆ ਲੇਡੀਜ਼ ਜੈਂਟਲਮੈਨ ਸੀਨੀਅਰਸ ਹੁੰਦੇ, ਉਹ ਇੰਨੇ ਫੋਰਚੂਨੇਟ ਨਹੀਂ ਹੁੰਦੇ, ਉਹਨਾਂ ਦੇ ਕਈ ਹੋਰ ਚੈਲੰਜਸ ਹੁੰਦੇ ਆ। ਤੁਹਾਡੇ ਸ਼ਾਇਦ ਸਰਕਲ ਦੇ ਵਿੱਚ ਫਰੈਂਡਸ, ਉਹ ਕੀ ਤੁਹਾਨੂੰ ਲੱਗਦਾ ਇਸ ਕੰਟਰੀ ਦੇ ਵਿੱਚ ਆਣ ਕੇ ਬਜ਼ੁਰਗਾਂ ਦੀ ਲਾਈਫ ਕਿਹੋ ਜਿਹੀ ਹੁਣ ਹੈਗੀ, ਕਈਆਂ ਦੀ ਤੁਹਾਡੇ ਵਾਂਗੂ ਵਧੀਆ ਵੀ ਹੈਗੀ ਆ, ਉਹ ਗੱਲ ਕਰੋ ਥੋੜ੍ਹੀ।